ਹੈਲੋ ਸਟੂਡੈਂਟ, ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਹਾਈ-ਫਾਈ ਐਗਜ਼ਾਮ ਸਟੱਡੀ 'ਤੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਮਾਸਟਰ ਕੇਡਰ ਅਤੇ ਲੈਕਚਰਰ ਦੇ ਪੇਪਰ ਪੰਜਾਬੀ ਦੀ ਤਿਆਰੀ ਕਰ ਰਹੇ ਹਾਂ। ਇਹ ਮੇਰਾ ਲੈਕਚਰ ਨੰਬਰ 2 ਪੰਜਾਬੀ ਸੱਭਿਆਚਾਰ 'ਤੇ। ਮੈਂ ਇਸ ਵੀਡੀਓ ਵਿੱਚ ਤੁਹਾਡੇ ਲਈ ਪੰਜਾਬੀ ਸੱਭਿਆਚਾਰ ਨਾਲ ਜੁੜੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਲੈ ਕੇ ਆਈ ਹਾਂ, ਜਿਨ੍ਹਾਂ ਦੀ ਤੁਹਾਡੇ ਪੇਪਰ ਵਿੱਚ ਆਉਣ ਦੀ ਪੂਰੀ ਉਮੀਦ ਹੈ। ਸੋ ਤੁਸੀਂ ਮੇਰੇ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਧਿਆਨ ਨਾਲ ਦੇਖਣਾ। ਚਲੋ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਵੀਡੀਓ। ਪ੍ਰਸ਼ਨ ਪਹਿਲਾ, ਪ੍ਰਤਿਮਾਨਿਕ ਸੱਭਿਆਚਾਰ ਕਿਹੜੇ ਤਰ੍ਹਾਂ ਦਾ ਹੁੰਦਾ ਹੈ? ਆਪਸ਼ਨ ਤੀਜਾ, ਪ੍ਰਤਿਮਾਨਿਕ ਸੱਭਿਆਚਾਰ 2 ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਨਿਰਦੇਸ਼ਾਤਮਕ ਨਿਯਮ, ਦੂਸਰਾ ਨਿਖੇਧਾਤਮਕ ਨਿਯਮ। ਪ੍ਰਸ਼ਨ ਦੂਸਰਾ, ਜਿਹੜਾ ਨਿਯਮ ਕੁਝ ਕਰਨ 'ਤੇ ਜ਼ੋਰ ਦਿੰਦਾ ਹੈ ਉਹ ਨਿਯਮ ਕਿਹੜਾ ਨਿਯਮ ਹੈ? ਆਪਸ਼ਨ ਫਸਟ, ਨਿਰਦੇਸ਼ਾਤਮਕ ਨਿਯਮ ਇੱਕ ਅਜਿਹਾ ਨਿਯਮ ਹੈ ਜੋ ਸਾਨੂੰ ਕੁਝ ਕਰਨ 'ਤੇ ਜ਼ੋਰ ਦਿੰਦਾ ਹੈ। ਪ੍ਰਸ਼ਨ ਨੰਬਰ ਤੀਸਰਾ, ਜੋ ਨਿਯਮ ਕੁਛ ਕਰਨ ਤੋਂ ਰੋਕਦੇ ਹਨ ਉਹ ਕਿਹੜਾ ਨਿਯਮ ਹੈ? ਆਪਸ਼ਨ ਦੂਸਰਾ, ਜਿਹੜਾ ਨਿਯਮ ਸਾਨੂੰ ਕੁਝ ਕਰਨ ਤੋਂ ਰੋਕਦਾ ਹੈ ਉਹ ਨਿਯਮ ਨਿਖੇਧਾਤਮਕ ਨਿਯਮ ਹੈ। ਪ੍ਰਸ਼ਨ ਚੌਥਾ, ਜਿਨ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਉਹਨਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਪਹਿਲਾ, ਜਿਨ੍ਹਾਂ ਨਿਯਮਾਂ ਦੀ ਸਾਨੂੰ ਬਾਕਾਇਦਾ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਜਾਂਦੀ ਹੈ ਉਹਨਾਂ ਨਿਯਮਾਂ ਨੂੰ ਪ੍ਰਤੱਖ ਨਿਯਮ ਕਿਹਾ ਜਾਂਦਾ ਹੈ। ਪ੍ਰਸ਼ਨ ਪੰਜਵਾਂ, ਜਦੋਂ ਬੱਚੇ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਨੀਚੇ ਸਮੇਂ ਨੱਕ 'ਤੇ ਹੱਥ ਰੱਖਿਆ ਜਾਂਦਾ ਹੈ ਤਾਂ ਇਹ ਕਿਹੜਾ ਨਿਯਮ ਹੈ? ਆਪਸ਼ਨ ਦੂਜਾ, ਜਦੋਂ ਬੱਚੇ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਨੀਚੇ ਆਉਣ ਸਮੇਂ ਨੱਕ 'ਤੇ ਉੱਤੇ ਹੱਥ ਰੱਖਿਆ ਜਾਂਦਾ ਹੈ ਤਾਂ ਇਹ ਨਿਯਮ ਪ੍ਰਤੱਖ ਨਿਯਮ ਹੁੰਦਾ ਹੈ। ਪ੍ਰਸ਼ਨ ਛੇਵਾਂ, ਜਿਨ੍ਹਾਂ ਦੀ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ ਉਹ ਕਿਹੜਾ ਨਿਯਮ ਹੈ? ਆਪਸ਼ਨ ਪਹਿਲਾ, ਜਿਨ੍ਹਾਂ ਦੀ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ, ਜਿਨ੍ਹਾਂ ਨਿਯਮਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ, ਉਹ ਅਪ੍ਰਤੱਖ ਨਿਯਮ ਹੁੰਦੇ ਹਨ ਅਤੇ ਇਹ ਆਪਾਂ ਆਪਣੇ ਸਮਾਜ, ਪਰਿਵਾਰ, ਘਰ, ਸਕੂਲ ਤੋਂ ਉਸੇ ਤਰ੍ਹਾਂ ਹੀ ਗ੍ਰਹਿਣ ਕਰ ਲੈਂਦੇ ਹਾਂ। ਪ੍ਰਸ਼ਨ ਨੰਬਰ 7ਵਾਂ, ਸਾਹਿਤ, ਕਲਾ, ਧਰਮ, ਇਤਿਹਾਸ, ਦਰਸ਼ਨ ਆਦਿ ਕਿਸ ਤਰ੍ਹਾਂ ਦੀ ਸੱਭਿਆਚਾਰ ਵਿੱਚ ਆਉਂਦੇ ਹਨ? ਆਪਸ਼ਨ ਤੀਸਰਾ, ਸਾਹਿਤ, ਕਲਾ, ਧਰਮ, ਇਤਿਹਾਸ, ਦਰਸ਼ਨ ਆਦਿ ਬੌਧਾਤਮਿਕ ਸੱਭਿਆਚਾਰ ਦੇ ਵਿੱਚ ਆਉਂਦੇ ਹਨ। ਪ੍ਰਸ਼ਨ 8ਵਾਂ, ਪਦਾਰਥਕ, ਪ੍ਰਤਿਮਾਨਿਕ ਅਤੇ ਬੌਧਾਤਮਿਕ ਸੱਭਿਆਚਾਰ ਦਾ ਇੱਕ ਦੂਸਰੇ ਨਾਲ ਕਿਹੋ ਜਿਹਾ ਸੰਬੰਧ ਹੈ? ਆਪਸ਼ਨ ਤੀਜਾ, ਪਦਾਰਥਕ, ਪ੍ਰਤਿਮਾਨਿਕ ਅਤੇ ਬੌਧਾਤਮਿਕ ਸੱਭਿਆਚਾਰ ਦਾ ਇੱਕ ਦੂਜੇ ਨਾਲ ਪਰਿਵਰਤਨ ਵਾਲਾ ਸੰਬੰਧ ਹੈ। ਜੇਕਰ ਇੱਕ ਸੱਭਿਆਚਾਰ ਵਿੱਚ ਪਰਿਵਰਤਨ ਆਉਂਦਾ ਹੈ ਤਾਂ ਆਪਣੇ ਆਪ ਦੂਸਰੇ ਸੱਭਿਆਚਾਰਾਂ ਦੇ ਵਿੱਚ ਵੀ ਕੋਈ ਨਾ ਕੋਈ ਫਰਕ ਜਾਂ ਤਬਦੀਲੀ ਆ ਜਾਂਦੀ ਹੈ, ਇਸ ਲਈ ਇਹਨਾਂ ਦਾ ਇੱਕ ਦੂਸਰੇ ਨਾਲ ਸੰਬੰਧ ਪਰਿਵਰਤਨ ਵਾਲਾ ਹੈ। ਪ੍ਰਸ਼ਨ 9ਵਾਂ, ਇੱਕ ਅਜਿਹੀ ਸੋਚ ਜੋ ਆਪਣਿਆਂ ਨੂੰ ਚੰਗਾ ਅਤੇ ਦੂਜਿਆਂ ਨੂੰ ਮਾੜਾ ਕਹਿੰਦੀ ਹੈ ਉਹ ਕਿਹੜੀ ਸੋਚ ਹੈ? ਆਪਸ਼ਨ ਪਹਿਲਾ, ਇੱਕ ਅਜਿਹੀ ਸੋਚ ਜੋ ਆਪਣਿਆਂ ਨੂੰ ਤਾਂ ਚੰਗਾ ਅਤੇ ਦੂਸਰਿਆਂ ਨੂੰ ਮਾੜਾ ਦੱਸਦੀ ਹੈ ਉਹ ਸੰਪਰਦਾਇਕ ਸੋਚ ਹੁੰਦੀ ਹੈ। ਪ੍ਰਸ਼ਨ 10ਵਾਂ, ਪੰਜਾਬੀ ਸੱਭਿਆਚਾਰ ਦੀ ਪਰੰਪਰਾ ਕਿਹੋ ਜਿਹੀ ਹੈ? ਆਪਸ਼ਨ ਦੂਸਰਾ, ਪੰਜਾਬੀ ਸੱਭਿਆਚਾਰ ਦੀ ਪਰੰਪਰਾ ਆਤਮ ਹੈ। ਪੰਜਾਬੀ ਸੱਭਿਆਚਾਰ ਦੀ ਜਿਹੜੀ ਪਰੰਪਰਾ ਹੈ ਉਹ ਉਸਦੀ ਆਪਣੀ ਹੀ ਹੈ। 11ਵਾਂ, ਹਿੰਦੂਆਂ ਅਤੇ ਸਿੱਖਾਂ ਨੇ ਮੁਸਲਿਮ ਰਾਜ ਦੌਰਾਨ ਮੁਸਲਮਾਨਾਂ ਨੂੰ ਕੀ ਨਾਮ ਦਿੱਤਾ? ਆਪਸ਼ਨ ਪਹਿਲਾ, ਜਦੋਂ ਮੁਸਲਮਾਨਾਂ ਨੇ ਪੰਜਾਬ ਉੱਤੇ ਹਮਲਾ ਕੀਤਾ ਅਤੇ ਉਸ 'ਤੇ ਅਧਿਕਾਰ ਕਰ ਲਿਆ ਤਾਂ ਪੰਜਾਬ ਵਿੱਚ ਬਸੇ ਹਿੰਦੂਆਂ ਅਤੇ ਸਿੱਖਾਂ ਨੇ ਮੁਸਲਮਾਨਾਂ ਨੂੰ ਮਲੇਸ਼ ਦਾ ਨਾਮ ਦਿੱਤਾ ਸੀ। ਪ੍ਰਸ਼ਨ 12ਵਾਂ, ਮੁਸਲਿਮ ਰਾਜ ਸਮੇਂ ਮੁਸਲਮਾਨਾਂ ਨੇ ਹਿੰਦੂਆਂ ਨੂੰ ਕੀ ਨਾਮ ਦਿੱਤਾ ਸੀ? ਆਪਸ਼ਨ ਦੂਜਾ, ਮੁਸਲਿਮ ਰਾਜ ਦੇ ਸਮੇਂ ਮੁਸਲਮਾਨਾਂ ਨੇ ਵੀ ਹਿੰਦੂਆਂ ਨੂੰ ਇੱਕ ਨਾਮ ਦਿੱਤਾ ਜੀ ਉਸਦਾ ਨਾਮ ਨਾਸਤਿਕ ਸੀ। ਪ੍ਰਸ਼ਨ 13ਵਾਂ, ਅੰਗਰੇਜ਼ੀ ਰਾਜ ਦੇ ਸਮੇਂ ਹਿੰਦੂਆਂ ਨੇ ਅੰਗਰੇਜ਼ਾਂ ਨੂੰ ਕੀ ਕਹਿ ਕੇ ਬੁਲਾਇਆ ਸੀ? ਆਪਸ਼ਨ ਪਹਿਲਾ, ਜਦੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਹਮਲਾ ਕੀਤਾ ਤਾਂ ਹਿੰਦੂ ਨੇ ਅੰਗਰੇਜ਼ਾਂ ਨੂੰ ਤੀਜੀ ਜਾਤ ਕਹਿ ਕੇ ਬੁਲਾਇਆ ਸੀ ਕਿਉਂਕਿ ਉਹ ਪਹਿਲੀ ਜਾਤ ਹਿੰਦੂਆਂ ਨੂੰ ਅਤੇ ਦੂਸਰੀ ਜਾਤ ਮੁਸਲਮਾਨਾਂ ਨੂੰ ਅਤੇ ਤੀਸਰੀ ਜਾਤ ਅੰਗਰੇਜ਼ਾਂ ਨੂੰ ਮੰਨਦੇ ਸਨ। ਪ੍ਰਸ਼ਨ 14ਵਾਂ, ਸੱਭਿਆਚਾਰ ਦੀ ਮਾਰਕਸਵਾਦੀ ਵਿਧੀ ਨੂੰ ਵਿਕਸਿਤ ਕਰਨ ਵਾਲੇ ਕੌਣ ਸਨ? ਆਪਸ਼ਨ ਚੌਥਾ, ਕਾਰਨ ਮਾਰਸ਼ਲ, ਲੈਲਸੀ ਵਾਈਟ, ਜੂਲੀਅਨ, ਇਹਨਾਂ ਤਿੰਨਾਂ ਨੇ ਮਿਲ ਕੇ ਹੀ ਸੱਭਿਆਚਾਰ ਦੇ ਵਿੱਚ ਮਾਰਕਸਵਾਦੀ ਵਿਧੀ ਨੂੰ ਵਿਕਸਿਤ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ ਸੀ। ਪ੍ਰਸ਼ਨ 15ਵਾਂ, ਜਿਸ ਵਿਧੀ ਰਾਹੀਂ ਸੱਭਿਆਚਾਰ ਅੰਦਰ ਵਿਚਰਦੇ ਵਿਰੋਧ, ਵਿਕਾਸ ਅਤੇ ਵਰਗ ਸੰਘਰਸ਼ ਦਾ ਅਵਲੋਕਨ ਕੀਤਾ ਜਾਂਦਾ ਹੈ ਉਹ ਕਿਹੜੀ ਵਿਧੀ ਹੈ? ਆਪਸ਼ਨ ਪਹਿਲਾ, ਮਾਰਕਸਵਾਦੀ ਵਿਧੀ ਦੇ ਅਨੁਸਾਰ ਸੱਭਿਆਚਾਰ ਅੰਦਰ ਵਿਚਰਦੇ ਵਿਰੋਧ, ਵਿਕਾਸ ਅਤੇ ਵਰਗ ਸੰਘਰਸ਼ ਦਾ ਅਵਲੋਕਨ ਕੀਤਾ ਜਾਂਦਾ ਹੈ। ਪ੍ਰਸ਼ਨ 16ਵਾਂ, ਇਹ ਕਿਸ ਦੀ ਧਾਰਨਾ ਹੈ ਕਿ ਸਧਾਰਨ ਵਰਗ ਦਾ ਸੱਭਿਆਚਾਰ ਉੱਚ ਵਰਗ ਨਾਲੋਂ ਅੱਡ ਹੁੰਦਾ ਹੈ ਪਰੰਤੂ ਸਧਾਰਨ ਵਰਗ ਦੇ ਸੱਭਿਆਚਾਰ ਉੱਪਰ ਉੱਚ ਵਰਗ ਦਾ ਸੱਭਿਆਚਾਰ ਭਾਰੂ ਹੁੰਦਾ ਹੈ? ਆਪਸ਼ਨ ਪਹਿਲਾ, ਮਾਰਕਸਵਾਦੀਆਂ ਦੀ ਇਹ ਧਾਰਨਾ ਹੈ ਕਿ ਸਧਾਰਨ ਵਰਗ ਦਾ ਸੱਭਿਆਚਾਰ ਉੱਚ ਵਰਗ ਨਾਲੋਂ ਅੱਡ ਹੁੰਦਾ ਹੈ ਪਰੰਤੂ ਸਧਾਰਨ ਵਰਗ ਦੇ ਸੱਭਿਆਚਾਰ ਉੱਪਰ ਉੱਚ ਵਰਗ ਦਾ ਸੱਭਿਆਚਾਰ ਭਾਰੂ ਰਹਿੰਦਾ ਹੈ।
प्रश्न 17वां, मानव जाति का इतिहास ਵਧੇਰੇ करके किस संघर्ष का सिद्धांत है? ऑप्शन पहला, मानव जाति का इतिहास ਵਧੇਰੇ करके वर्ग संघर्ष का ही सिद्धांत रहा है। प्रश्न 18वां, जिहड़ी विधि किसी सभ्याचार वस्तु नूं अपनी अध्ययन इकाई वजों स्वीकारदी है वह सभ्याचार अध्ययन की किहड़ी विधि है? ऑप्शन दूसरा, विवलेशन विधि विच किसी सभ्याचार वस्तु नूं अपनी अध्ययन इकाई वजों स्वीकारदी है। प्रश्न 19वां, किहड़ी विधि नूं सधारण तौर पर पुरातत्व विज्ञान का ढंग आख्या जाता है? ऑप्शन सैकेंड, विवलेशन विधि एक अजिही विधि है जिसनूं सधारण तौर पर पुरातत्व विज्ञान का ढंग आख्या जाता है। प्रश्न 20वां, सभ्याचार एक जटिल प्रबंध है जो ਵੱਖ-ਵੱਖ भागों ਨੂੰ मिला के बनया है, ये कथन किसदा है? ऑप्शन पहला, डॉक्टर गुरबख्श सिंह फ्रैंक के अनुसार सभ्याचार एक जटिल प्रबंध है जो ਵੱਖ-ਵੱਖ भागों ਨੂੰ मिला के बनया है। प्रश्न 21वां, किस विधि अनुसार खुदाई तो प्राप्त समग्री अवशेषों के आधार उत्ते प्राचीन समय की सभ्याचार की उत्पत्ति, उसकी चढ़त ते पतन की जानकारी मिलती है? ऑप्शन सैकेंड, विवलेशन विधि विच खुदाई तो प्राप्त समग्री अवशेषां उन्होंने आधार पर प्राचीन समय की सभ्या की उत्पत्ति, उसकी चढ़त ते पतन की जानकारी सानू प्राप्त होती है। प्रश्न 22वां, विवलेशन विधि मनुखी जीवन के किस भाग ते चानना पाउंदी है? ऑप्शन पहला, विवलेशन विधि मनुखी जीवन के सिर्फ भौतिक जीवन ते ही चानना पाउंदी है। प्रश्न 23वां, विवलेचनात्मक सिद्धांत किस प्रक्रिया उत्ते ਵਧੇਰੇ जोर दिंदा है? ऑप्शन पहला, विवलेचनात्मक सिद्धांत चेतना प्रक्रिया उत्ते ही जोर दिंदा है। प्रश्न 24वां, मानव के विचारां ते किसका प्रभाव पैंदा है? ऑप्शन दूजा, मानव के विचारां ते समाज का प्रभाव सब तो ज़्यादा पैंदा है। प्रश्न 25वां, द्वंद्वात्मक सिद्धांत किसने दिता? ऑप्शन पहला, द्वंद्वात्मक सिद्धांत हीगल ने दिता सी। हाँ जी, इस वीडियो में आपां पंजाबी सभ्याचार नाल जुड़े बहुत ही महत्वपूर्ण प्रश्न देखे। जेकर तुसीं इस तरह के होर वीडियोज़ देखना चाहते हो तो साडा हाईफाई एग्जाम स्टडी चैनल सबसक्राइब करो। और जेकर तुहानूं यह वीडियो पसंद आया होवे तो तुसीं इसनूं लाइक एंड शेयर जरूर करना। थैंक यू।